Welcome to my YouTube channel. My name is Dr. Keshav Patyar. Today we are going to discuss hematopoiesis. ਜੇ ਇਸ ਵਰਡ ਨੂੰ ਸਪਲਿਟ ਕੀਤਾ ਜਾਵੇ ਤਾਂ ਇਹ ਦੋ ਸ਼ਬਦਾਂ ਤੋਂ ਬਣਿਆ ਹੋਇਆ ਹੀਮੈਟੋ ਪਲਸ ਪੋਇਸਿਸ। ਹੀਮੈਟੋ ਦਾ ਮਤਲਬ ਬਲੱਡ ਐਂਡ ਇਟਸ ਕੰਪੋਨੈਂਟ, ਪੋਇਸਿਸ ਮੀਨਸ ਟੂ ਸਿੰਥੇਸਿਸ, ਟੂ ਜਨਰੇਟ, ਟੂ ਮੇਕ। ਸੋ ਹੀਮੈਟੋਪੋਇਸਿਸ ਕੀ ਹੋ ਗਿਆ? ਬਲੱਡ ਸੈਲਸ ਦੀ ਸਿੰਥੇਸਿਸ ਬਣਦੇ ਕਿੱਦਾਂ ਬਲੱਡ ਸੈੱਲ ਹਿਊਮਨ ਬੋਡੀ ਦੇ ਵਿੱਚ, ਕਿਹੜੀ ਜਗ੍ਹਾ 'ਤੇ ਬਣਦੇ ਆ ਅਤੇ ਉਹਨਾਂ ਦੀ ਡਿਵੈਲਪਮੈਂਟ ਕਿੱਦਾਂ ਹੁੰਦੀ ਆ ਅਤੇ ਕਿਹੜੇ ਕਿਹੜੇ ਫੈਕਟਰਸ ਦੀ ਲੋੜ ਆ ਉਹਨਾਂ ਦੀ ਡਿਵੈਲਪਮੈਂਟ ਵਾਸਤੇ। ਤਾਂ ਓਵਰਆਲ ਇਸ ਪੂਰੀ ਪ੍ਰਕਿਰਿਆ ਨੂੰ, ਇਸ ਪ੍ਰੋਸੀਜਰ ਨੂੰ ਅਸੀਂ ਕੀ ਕਹਾਂਗੇ? ਹੀਮੈਟੋਪੋਇਸਿਸ। So hematopoiesis is the process of formation of new blood cells. It is also known as development of blood cells. So hematopoiesis ਕੀ ਹੋ ਗਿਆ? ਉਹ ਪ੍ਰਕਿਰਿਆ ਜਿਸ ਦੇ ਨਾਲ ਨਵੇਂ ਸੈਲਸ ਬਣਦੇ ਆ ਹਿਊਮਨ ਬੋਡੀ ਦੇ ਵਿੱਚ, ਅਤੇ ਇਹਨਾਂ ਦੇ ਬਣਨ ਤੋਂ ਬਾਅਦ ਉਹਨਾਂ ਦੀਆਂ ਡਿਫਰੈਂਟ ਡਿਵੈਲਪਮੈਂਟ ਸਟੇਜਿਸ, ਉਹਨਾਂ ਦੀ ਗਰੋਥ ਸਟੇਜਿਸ, ਅਤੇ ਉਹਨਾਂ ਨੂੰ ਕਿਹੜੇ ਡਿਵੈਲਪਿੰਗ ਫੈਕਟਰ ਜਾਂ ਗਰੋਥ ਫੈਕਟਰ ਚਾਹੀਦੇ ਆ ਜਿਹਦੇ ਨਾਲ ਉਹ ਕੀ ਆ ਫੁੱਲੀ ਮੈਚਿਓਰ ਫੰਕਸ਼ਨਲ ਬਲੱਡ ਸੈਲਸ ਬਣ ਜਾਂਦੇ ਆ। ਸੋ ਹੀਮੈਟੋਪੋਇਸਿਸ ਜਿਹੜੀ ਆ ਮੇਨਲੀ ਹੁੰਦੀ ਆ ਹਿਊਮਨ ਬੋਡੀ ਦੀ ਜਿਹੜੀਆਂ ਬੋਨਸ ਹੈਗੀਆਂ ਉਹਨਾਂ ਦੇ ਵਿੱਚ ਇੱਕ ਸਪੌਂਜੀ ਮਟੀਰੀਅਲ ਪ੍ਰੈਜੈਂਟ ਹੁੰਦਾ ਜਿਹਨੂੰ ਅਸੀਂ ਬੋਨ ਮੈਰੋ ਕਹਿੰਦੇ ਹਾਂ। ਸੋ ਬੋਨ ਮੈਰੋ ਦੋ ਤਰ੍ਹਾਂ ਦੀ ਆ, ਰੈੱਡ ਬੋਨ ਮੈਰੋ ਅਤੇ ਯੈਲੋ ਬੋਨ ਮੈਰੋ। ਰੈੱਡ ਬੋਨ ਮੈਰੋ ਜਾਂ ਰੈਡਿਸ਼ ਬਰਾਊਨ ਬੋਨ ਮੈਰੋ ਅਡਲਟ ਏਜ ਤੱਕ ਰਹਿੰਦੀ ਹੈ ਅਤੇ ਇਹਦੇ ਵਿੱਚੋਂ RBCs, WBCs, ਪਲੇਟਲੈਟਸ, ਈਚ ਐਂਡ ਐਵਰੀ ਟਾਈਪ ਆਫ ਬਲੱਡ ਸੈਲਸ ਦੀ ਫਾਰਮੇਸ਼ਨ ਜਿਹੜੀ ਆ ਹੁੰਦੀ ਹੈ। ਬਟ ਟਾਈਮ ਦੇ ਨਾਲ ਹੌਲੀ ਹੌਲੀ ਇਹਦੇ ਵਿੱਚ ਫੈਟ ਡੈਪੋਜੀਸ਼ਨ ਹੁੰਦੀ ਹੈ ਅਤੇ ਰੈੱਡ ਬਰਾਊਨਿਸ਼ ਸਪੌਂਜੀ ਮਟੀਰੀਅਲ ਬੋਨ ਮੈਰੋ ਗੋਟ ਕਨਵਰਟਡ ਟੂ ਯੈਲੋ ਬੋਨ ਮੈਰੋ। ਸੋ ਫੈਟ ਦੀ ਡੈਪੋਜੀਸ਼ਨ ਕਰਕੇ ਕੀ ਹੈ ਯੈਲੋ ਬੋਨ ਮੈਰੋ 'ਚ ਕਨਵਰਟ ਹੋ ਜਾਂਦਾ। ਸੋ ਹੱਡੀਆਂ ਦੇ ਵਿੱਚ ਜਿਹੜਾ ਸਪੌਂਜੀ ਮਟੀਰੀਅਲ ਉਹਨੂੰ ਬੋਨ ਮੈਰੋ ਕਿਹਾ ਜਾਂਦਾ। ਅਤੇ ਅਡਲਟਸ ਅਤੇ ਚਾਈਲਡਹੁੱਡ ਦੇ ਵਿੱਚ ਜਿਹੜਾ ਬੋਨ ਮੈਰੋ ਪ੍ਰੈਜੈਂਟ ਹੈ ਉਹ ਮੋਸਟਲੀ ਰੈੱਡ ਬੋਨ ਮੈਰੋ ਹੀ ਹੁੰਦੀ ਹੈ। ਬਟ ਹੌਲੀ ਹੌਲੀ ਟਾਈਮ ਦੇ ਨਾਲ ਨਾਲ ਜਿੱਦਾਂ ਏਜ ਵੱਧਦੀ ਆ ਉਹਦੇ ਵਿੱਚ ਕੀ ਆ ਫੈਟ ਡੈਪੋਜੀਸ਼ਨ ਹੁੰਦੀ ਜਾਂਦੀ, ਸੋ ਉਹ ਯੈਲੋਇਸ਼ ਬੋਨ ਮੈਰੋ 'ਚ ਕਨਵਰਟ ਹੋ ਜਾਂਦਾ ਹੈ। ਸੋ ਸਾਡੀ ਬੋਡੀ 'ਚ ਦੋ ਤਰ੍ਹਾਂ ਦੀ ਬੋਨ ਮੈਰੋ ਹੋ ਗਈ, ਰੈੱਡ ਬੋਨ ਮੈਰੋ ਅਤੇ ਯੈਲੋ ਬੋਨ ਮੈਰੋ। So lineage cell of hematopoietic stem cells. Blood hemopoietic stem cells are divided into myeloid stem cells and lymphoid stem cells. So bone marrow ਦੇ ਵਿੱਚ ਕੀ ਆ, ਸਭ ਤੋਂ ਪਹਿਲਾਂ ਸਾਡੇ ਕੋਲ ਹੀਮੈਟੋਪੋਇਟਿਕ ਸਟੈਮ ਸੈਲਸ ਹੁੰਦੇ ਆ ਜਿਹਨੂੰ ਪਲੂਰੀਪੋਟੈਂਟ ਹੀਮੋਪੋਇਟਿਕ ਸਟੈਮ ਸੈਲਸ ਵੀ ਕਹਿ ਦਿੰਦੇ ਆ। ਇਹ ਅੱਗੇ ਫਰਦਰ ਬਾਈਫਰਕਟੇਡ ਦੋ ਸੈੱਲਾਂ 'ਚ ਡਿਵਾਈਡ ਹੋ ਜਾਂਦਾ, ਇੱਕ ਮਾਈਲੋਇਡ ਸਟੈਮ ਸੈਲ, ਦੂਸਰਾ ਲਿੰਫੋਇਡ ਸਟੈਮ ਸੈਲਸ। ਸੋ ਮਾਈਲੋਇਡ ਸਟੈਮ ਸੈਲਸ ਤੋਂ ਸਾਰੇ ਗ੍ਰੈਨੂਲੋਸਾਈਟਸ ਜਿਹਦੇ ਵਿੱਚ ਬੇਸੋਫਿਲ, ਈਓਜ਼ੀਨੋਫਿਲ ਅਤੇ ਨਿਊਟ੍ਰੋਫਿਲ ਇਹ ਬਣਦੇ ਆ ਇਸ ਸੀਰੀਜ਼ ਤੋਂ, ਸਟੈਮ ਸੈਲਸ ਤੋਂ। ਅਤੇ ਇਹਦੇ ਨਾਲ ਨਾਲ ਹੀ ਪਲੇਟਲੈਟਸ ਦੀ ਫਾਰਮੇਸ਼ਨ, ਮੋਨੋਸਾਈਟਸ, ਇਰਥਰੋਸਾਈਟਸ, ਇਹ ਸਾਰੇ ਮਾਈਲੋਇਡ ਸੀਰੀਜ਼ ਤੋਂ ਬਣਦੇ ਆ। ਲਿੰਫੋਇਡ ਸਟੈਮ ਸੈਲ ਸੀਰੀਜ਼ ਤੋਂ, ਇਸ ਲੀਨੀਏਜ ਤੋਂ ਸਾਡੇ ਕੋਲ ਲਿੰਫੋਸਾਈਟ ਸੈਲਸ ਬਣਨਗੇ। ਸੋ ਸਾਡੇ ਕੋਲ ਹੀਮੈਟੋਪੋਇਟਿਕ ਸਟੈਮ ਸੈਲ ਤੋਂ ਦੋ ਸੀਰੀਜ਼ ਚੱਲਦੀਆਂ, ਇੱਕ ਮਾਈਲੋਇਡ ਸਟੈਮ ਸੈਲ ਸੀਰੀਜ਼, ਦੂਸਰੀ ਲਿੰਫੋਇਡ ਸਟੈਮ ਸੈਲ ਸੀਰੀਜ਼। ਲਿੰਫੋਸਾਈਟਸ ਸਿਰਫ ਲਿੰਫੋਇਡ ਸਟੈਮ ਸੈਲ ਤੋਂ ਬਣਨਗੇ, ਬਾਕੀ ਸਾਰੇ ਸੈਲ ਜਿਹੜੇ ਹੈ ਮਾਈਲੋਇਡ ਸੈਲਸ ਸਟੈਮ ਸੈਲਸ ਤੋਂ ਬਣਦੇ ਆ ਇਸ ਸੀਰੀਜ਼ ਦੇ ਨਾਲ। ਸੋ ਸਟੈਮ ਸੈਲਸ ਕੀ ਹੁੰਦੇ ਆ? ਸਟੈਮ ਸੈਲਸ are the cells that are able to self-renewal to form parent pool, can create more stem cells indefinitely. Second property ਇਹਨਾਂ ਦੀ ਆ differentiate into specialized mature cell size। तो ਡਾਇਗਰਾਮ ਤੋਂ ਕਲੀਅਰ ਆ ਕਿ ਸਟੈਮ ਸੈਲਸ ਉਹ ਸੈਲਸ ਹੈ ਜਿਨ੍ਹਾਂ ਕੋਲ ਖਾਸ ਤਾਕਤ ਹੈ ਆਪਣੇ ਆਪ ਨੂੰ ਦੁਬਾਰਾ ਰਿਨਿਊ ਕਰਨ ਵਾਸਤੇ। ਮਤਲਬ ਇਹ ਜਿਹੜੇ ਹੈਗੇ ਸੈੱਲ ਆਪਣੇ ਆਪ ਨੂੰ ਦੁਬਾਰਾ ਆਪਣੀ ਗਿਣਤੀ ਘਟਣ ਨਹੀਂ ਦਿੰਦੇ ਅਤੇ ਆਪਣੇ ਆਪ ਨੂੰ ਰਿਨਿਊ ਕਰ ਲੈਂਦੇ ਆ। ਅਤੇ ਦੂਸਰੀ ਇਹਨਾਂ ਦੀ ਪ੍ਰੋਪਰਟੀ ਕੀ ਆ? ਡਿਫਰੈਂਸ਼ੀਏਸ਼ਨ। ਮਤਲਬ ਇਹ ਇੱਕ ਤੋਂ ਵੱਧ ਸੈਲਸ ਦੀਆਂ ਵਿੱਚ ਕੀ ਆ ਵੰਡੇ ਜਾ ਸਕਦੇ ਆ, ਡਿਫਰੈਂਸ਼ੀਏਟ ਹੋ ਸਕਦੇ ਆ ਲੋੜ ਦੇ ਮੁਤਾਬਕ। ਉਹਨਾਂ ਨੂੰ ਗਰੋਥ ਮਟੀਰੀਅਲ ਜਾਂ ਡਿਵੈਲਪਮੈਂਟ ਮਟੀਰੀਅਲ ਜਿਸ ਹਿਸਾਬ ਨਾਲ ਮਿਲੇਗਾ ਉਸ ਨਾਲ ਇੱਕ ਤੋਂ ਵੱਧ ਕਿਸਮਾਂ ਦੇ ਵਿੱਚ ਕੀ ਹੈ ਡਿਵਾਈਡ ਹੋ ਸਕਦੇ ਆ। ਸੋ ਸਟੈਮ ਸੈਲਸ ਦੀ ਜਿਹੜੀ ਦੋ ਪ੍ਰੋਪਰਟੀਜ਼ ਹੋ ਗਈਆਂ, ਸੈਲਫ ਰਿਨਿਊਇੰਗ ਐਂਡ ਡਿਫਰੈਂਸ਼ੀਏਸ਼ਨ। ਸਟੈਮ ਸੈਲਸ ਨੂੰ ਆਪਾਂ ਪਲੂਰੀਪੋਟੈਂਟ ਸਟੈਮ ਸੈਲਸ ਵੀ ਕਹਿ ਦਿੰਦੇ ਹਾਂ। ਸੋ ਪਲੂਰੀ ਵਰਡ ਪਲੂਰਲ ਤੋਂ ਬਣਿਆ ਜਿਹਦਾ ਮਤਲਬ ਹੁੰਦਾ ਬਹੁਵਚਨ, ਮਤਲਬ ਇੱਕ ਤੋਂ ਉਹ ਵਾਲੇ ਸੈੱਲ ਜਿਹੜੇ ਇੱਕ ਤੋਂ ਵੱਧ ਕਿਸਮਾਂ ਦੇ ਵਿੱਚ ਅੱਗੇ ਜਾ ਕੇ ਵੰਡੇ ਜਾਣ ਉਹਨੂੰ ਆਪਾਂ ਪਲੂਰੀਪੋਟੈਂਟ ਸਟੈਮ ਸੈੱਲ ਕਹਿ ਦਿੰਦੇ ਹਾਂ। ਪੋਟੈਂਟ ਦਾ ਮਤਲਬ ਹੁੰਦਾ ਸ਼ਮਤਾ। ਸੋ ਉਹ ਵਾਲਾ ਸੈੱਲ ਜਿਹਦੀ ਇੱਕ ਤੋਂ ਵੱਧ ਕਿਸਮਾਂ ਦੇ ਵਿੱਚ ਅੱਗੇ ਜਾ ਕੇ ਵੰਡਣ ਦੀ ਸ਼ਮਤਾ ਹੋਵੇ ਉਹਨੂੰ ਪਲੂਰੀਪੋਟੈਂਟ ਸਟੈਮ ਸੈੱਲ ਕਹਿ ਦਾਂਗੇ। ਸਟੈਮ ਦਾ ਮਤਲਬ
ਲਿਟਰਲ ਮਤਲਬ ਇੰਗਲਿਸ਼ ਦੇ ਵਿੱਚ ਤਣਾ ਆ, ਜਿਵੇਂ ਤਣੇ ਤੋਂ ਅੱਗੇ ਸ਼ਾਖਾਵਾਂ ਨਿਕਲਦੀਆਂ। ਸੋ ਮੇਨ ਸੈੱਲ ਉਹ ਸਟੈਮ ਸੈੱਲਸ ਕਹਾਂਗੇ, ਉਸ ਤੋਂ ਫਰਦਰ ਜਿਹੜੇ ਸੈੱਲਸ ਬਣ ਜਾਣਗੇ ਮਾਈਲੋਇਡ ਸੀਰੀਜ਼ ਦੇ, ਲਿੰਫੋਇਡ ਸੀਰੀਜ਼ ਦੇ, ਉਹਦੀਆਂ ਬ੍ਰਾਂਚਿਸ, ਸੋ ਉਸ ਨੂੰ ਆਪਾਂ ਸਟੈਮ ਸੈੱਲ ਕਹਿ ਦਿੰਦੇ ਹਾਂ। ਨੈਕਸਟ ਇਜ਼ ਦਾ ਸਾਈਟ ਆਫ ਹੈਮੈਟੋਪੋਇਸਿਸ। ਸਾਡੇ ਬੋਡੀ ਦੇ ਵਿੱਚ ਕਿਹੜੀਆਂ ਜਗ੍ਹਾਵਾਂ ਦੇ ਵਿੱਚ ਬਲੱਡ ਸੈੱਲਸ, ਸਾਰੇ ਤਰ੍ਹਾਂ ਦੇ ਬਲੱਡ ਸੈੱਲਸ ਬਣਦੇ ਆ। ਸੋ ਡਿਊਰਿੰਗ ਫੀਟਲ ਲਾਈਫ, ਜਦੋਂ ਫੀਟਲ ਲਾਈਫ ਹੈ, ਫੀਟਸ ਮਦਰ ਦੀ ਬੋਡੀ 'ਚ ਡਿਵੈਲਪ ਹੋ ਰਿਹਾ, ਤਦ ਯੋਕ ਸੈਕ ਦੇ ਵਿੱਚ ਕੀ ਆ, ਸਾਰੇ ਬਲੱਡ ਸੈੱਲਸ ਬਣਦੇ ਆ। ਲੈਸ ਦੈਨ 2 months, ਮਤਲਬ ਜਦੋਂ ਹਿਊਮਨ ਲਾਈਫ 2 months ਹੈ, ਬੇਬੀ ਔਰ ਫੀਟਸ ਇਜ਼ ਡਿਵੈਲਪਿੰਗ ਇਨ ਮਦਰਸ ਬੋਡੀ, ਤਾਂ ਇਹ ਜਿਹੜੇ ਰੈੱਡ ਬਲੱਡ ਸੈੱਲਸ ਹੈਗੇ ਆ, ਹੈਮੈਟੋਪੋਇਸਿਸ ਹੈ, ਯੋਕ ਸੈਕ ਹੁੰਦੀ ਆ 2 ਤੋਂ 7 ਮਹੀਨਿਆਂ ਦੇ ਏਜ ਦੇ ਵਿੱਚ ਲਿਵਰ ਅਤੇ ਸਪਲੀਨ ਦੇ ਵਿੱਚ। ਆਫਟਰ 3 month ਇਹ ਕੀ ਆ, ਸ਼ਿਫਟ ਹੋ ਜਾਂਦੀ ਆ ਬੋਨ ਮੈਰੋ ਦੇ ਵਿੱਚ। ਅਤੇ ਆਫਟਰ ਬਰਥ, ਆਫਟਰ 9 month ਤੋਂ ਫੀਟਸ ਦੀ ਡਿਵੈਲਪਮੈਂਟ ਪਰ ਡਿਲੀਵਰੀ ਹੋਣ ਤੋਂ ਬਾਅਦ ਇਹ ਐਕਟਿਵਲੀ ਰੈੱਡ ਬੋਨ ਮੈਰੋ ਦੇ ਵਿੱਚ ਕੀ ਆ, ਹੈਮੈਟੋਪੋਇਸਿਸ ਹੁੰਦੀ ਹੈ, ਸਾਰੇ ਤਰ੍ਹਾਂ ਦੇ ਸੈੱਲਸ ਬਣਦੇ ਆ। ਇਨ ਇਨਫੈਂਸੀ ਐਂਡ ਚਾਈਲਡਹੁੱਡ ਐਂਡ ਇਨ ਅਡਲਟਹੁੱਡ ਰੈੱਡ ਬੋਨ ਮੈਰੋ ਐਕਟਿਵ ਰਹਿੰਦੀ ਹੈ। ਹੌਲੀ ਹੌਲੀ in old age this red bone marrow due to the deposition of fat got converted to yellow bone marrow, ਤਾਂ ਬੁਢਾਪੇ ਦੇ ਵਿੱਚ ਕੀ ਹੈ, yellow bone marrow ਦੇ ਵਿੱਚ ਥੋੜ੍ਹੀ ਹੀਮੈਟੋਪੈਸਿਸ ਹੁੰਦੀ ਹੈ। ਬਟ ਜਦੋਂ ਡਿਵੈਲਪਿੰਗ ਸਟੇਜ ਹੈ ਹਿਊਮਨ ਲਾਈਫ ਦੀ, ਬੱਚਿਆਂ ਤੋਂ ਲੈ ਕੇ ਅਡਲਟਹੁੱਡ ਤੱਕ ਦਾ ਜਿਹੜਾ ਲਾਈਫ ਸਪੈਨ ਹੈ ਉਹ ਜ਼ਿਆਦਾ ਐਕਟਿਵ ਹੈ। ਸੋ ਉਸ ਟਾਈਮ 'ਤੇ ਹੀਮੈਟੋਪੈਸਿਸ ਦੀ ਜਿਹੜੀ ਰੇਟ ਆ ਬਹੁਤ ਜ਼ਿਆਦਾ ਹਾਈ ਹੁੰਦੀ ਹੈ। ਹੌਲੀ ਹੌਲੀ ਏਜ ਦੇ ਨਾਲ ਹੀਮੈਟੋਪੈਸਿਸ ਦੀ ਰੇਟ ਜਿਹੜੀ ਆ ਉਹ ਘੱਟ ਜਾਂਦੀ ਹੈ। ਸੋ ਇਸ ਡਾਇਗ੍ਰਾਮ ਤੋਂ ਸਾਨੂੰ ਕਲੀਅਰ ਹੈ। ਸੋ ਫੀਟਲ ਸਟੇਜ ਦੇ ਵਿੱਚ ਯੋਕ ਸੈਕ, ਲਿਵਰ, ਸਪਲੀਨ ਅਤੇ ਬੋਨ ਮੈਰੋ ਡਿਫਰੈਂਟ ਟਾਈਮ ਇੰਟਰਵਲ 'ਤੇ ਐਕਟਿਵ ਹੁੰਦਾ, ਅਤੇ ਉਹਦੇ 'ਚ ਕੀ ਹੈ, ਹੈਮੈਟੋਪੈਸਿਸ ਹੁੰਦੀ ਹੈ। ਬਟ ਅਡਲਟ ਏਜ ਦੇ ਵਿੱਚ ਕੀ ਹੈ, ਸ਼ਿਫਟ ਹੋ ਜਾਂਦਾ ਐਕਟਿਵ ਰੈੱਡ ਬੋਨ ਮੈਰੋ ਦੇ ਵਿੱਚ। ਸੋ ਜਿਹੜੀ ਸਭ ਤੋਂ ਜ਼ਿਆਦਾ ਬੋਨ ਮੈਰੋ, ਐਕਟਿਵ ਬੋਨ ਮੈਰੋ ਆ, ਉਹ ਪਾਈ ਜਾਂਦੀ ਹੈ ਸਾਡੀਆਂ ਸਕੈਲਟਨ ਸਿਸਟਮ ਦੇ ਵਿੱਚ, ਜਿਹੜਿਆਂ ਉਹਨਾਂ ਦੇ ਵਿੱਚੋਂ ਵੀ ਜਿਹੜੀਆਂ ਲੰਬੀਆਂ ਐਕਸੀਅਲ ਸਕੈਲਟਨ ਆ, ਜਿਹੜੀਆਂ ਲੰਬੀਆਂ ਹੱਡੀਆਂ ਹੈਗੀਆਂ ਬੋਡੀ ਦੀਆਂ, ਉਹਨਾਂ ਦੇ ਵਿੱਚ ਜਿਹੜਾ ਬੋਨ ਮੈਰੋ ਪਾਈ ਜਾਂਦੀ ਹੈ, ਸਪੌਂਜੀ ਮਟੀਰੀਅਲ ਪਾਇਆ ਜਾਂਦਾ, ਉਹਦੇ 'ਚ ਮੋਸਟ ਐਕਟਿਵਲੀ ਹੀਮੈਟੋਪੋਇਸਿਸ ਰੈੱਡ ਸੈੱਲਸ ਬਣਨ ਦੀ ਪ੍ਰਕਿਰਿਆ ਜਿਹੜੀ ਹੈ ਉਹ ਹੁੰਦੀ ਹੈ। ਸੋ ਐਕਸੀਅਲ ਸਕੈਲਟਨ ਸਾਡੀ ਲੱਤਾਂ ਬਾਹਾਂ ਦੀਆਂ ਹੱਡੀਆਂ। ਸੋ ਇਹ ਅਨੈਟਮੀ ਐਂਡ ਫਿਜ਼ੀਓਲੋਜੀ ਤੁਸੀਂ ਸਕੈਲਟਨ ਬਾਰੇ ਪੜ੍ਹਿਆ ਹੈ, ਤਾਂ ਉਸ ਦੇ ਵਿੱਚ ਜਿਹੜੇ ਐਕਸੀਅਲ ਸਕੈਲਟਨ ਹੈ ਵਿਚ ਕੌਨਸਟੀਟਿਊਟਸ ਆਫ ਡਿਸਟਲ ਲੌਂਗ ਬੋਨਸ, ਉਹਨਾਂ ਦੇ ਵਿੱਚ ਮੇਨਲੀ ਜਿਹੜਾ ਹੈਮੈਟੋਪੋਇਸਿਸ ਟੇਕ ਪਲੇਸ। ਸੋ ਇਹਦੇ 'ਚ ਰੇਡੀਅਸ, ਅਲਨਾ, ਟੀਬੀਆ, ਫਿਊਮਰ, ਇਹ ਸਾਰੀਆਂ ਲੈਗਸ ਐਂਡ ਆਰਮਸ ਦੀਆਂ ਹੱਡੀਆਂ ਹੈ। ਉਸ ਤੋਂ ਬਾਅਦ ਹਿਪ ਜੁਆਇੰਟਸ, ਰਿਬਸ। ਸੋ ਦੀਜ਼ ਆਰ ਦਾ ਐਕਟਿਵ ਪਲੇਸਿਸ ਵੇਅਰ ਹੈਮੈਟੋਪੋਇਸਿਸ ਟੇਕ ਪਲੇਸ ਇਨ ਇਨਫੈਂਸੀ ਐਂਡ ਇਨ ਚਾਈਲਡਹੁੱਡ। So after adulthood, as the old age approaches, fat deposition is there, and the bone marrow, red bone marrow, active bone marrow got converted to yellow bone marrow. ਸੋ ਕੈਰੈਕਟਰਿਸਟਿਕਸ ਕੀ ਹੈ ਬੋਨ ਮੈਰੋ ਦੇ, ਜਿਹਦੇ ਵਿੱਚ ਸਾਰੇ ਹੀਮੈਟੋਪੋਇਸਿਸ ਹੁੰਦੀ ਹੈ, ਸਾਰੇ ਸੈੱਲਸ ਬਣਦੇ ਆ। ਸੋ ਇਹ ਸਭ ਤੋਂ ਜ਼ਿਆਦਾ ਲਾਰਜੈਸਟ ਔਰਗਨ ਕਿਹਾ ਜਾਂਦਾ ਬੋਡੀ ਦੇ ਵਿੱਚ, ਕਿਉਂਕਿ ਸਾਰੀਆਂ ਹੱਡੀਆਂ ਦੇ ਅੰਦਰ, ਛੋਟੀ ਵੱਡੀ ਹੱਡੀ ਦੇ ਅੰਦਰ ਬੋਨ ਮੈਰੋ ਪ੍ਰੈਜ਼ੈਂਟ ਹੈ। ਸੋ 10⁻11 or 12 cells are daily formed to taken to the periphery through the blood vessels। ਤੋਂ 10⁻11 ਜਾਂ 12 ਸੈੱਲ ਜਿਹੜੇ ਹੈ, ਬਿਲੀਅਨ ਸੈੱਲਸ, 10 ਬਿਲੀਅਨ ਸੈੱਲ ਜਿਹੜੇ ਹੈਗੇ ਆ, ਉਹ ਸਾਡੀ ਬੋਡੀ ਦੇ ਵਿੱਚ ਰੋਜ਼ਾਨਾ ਬੋਨ ਮੈਰੋ ਪ੍ਰੋਡਿਊਸ ਕਰਦੀ ਆ। ਹੱਡੀ ਤੋਂ ਬਣਨ ਤੋਂ ਬਾਅਦ ਮੈਚੋਰ ਸੈੱਲ ਜਿਹੜੇ ਹੈਗੇ ਆ ਉਹ ਬਲੱਡ ਸਰਕੂਲੇਸ਼ਨ 'ਚ ਆ ਜਾਂਦੇ ਆ। ਸੋ ਇਸ ਪਿਕਚਰ ਤੋਂ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ। ਲੌਂਗ ਬੋਨਸ ਜਾਂ ਹੱਡੀ ਦੇ ਵਿੱਚ ਕੀ ਆ, ਪ੍ਰੀਕਰਸਰ ਸਭ ਤੋਂ ਪਹਿਲਾ ਸੈੱਲ ਮਲਟੀਪੋਟੈਂਟ ਸਟੈਮ ਸੈੱਲ ਜਾਂ ਪਲੂਰੀਪੋਟੈਂਟ ਸਟੈਮ ਸੈੱਲਸ ਜਾਂ ਹੈਮੈਟੋਪੋਇਟਿਕ ਸਟੈਮ ਸੈੱਲਸ, ਜਿਹਨੂੰ ਆਪਾਂ, ਇਹ ਸਾਰੇ ਸਿਨੋਨਿਮਸ ਹੈ। ਇਹ ਫਰਦਰ ਸਟੈਮ ਸੈੱਲ ਡਿਵਾਈਡ ਹੋ ਜਾਂਦਾ 2 ਸੈੱਲਸ ਦੇ ਵਿੱਚ, ਲਿੰਫੋਇਡ ਸਟੈਮ ਸੈੱਲਸ ਅਤੇ ਮਾਈਲੋਇਡ ਸਟੈਮ ਸੈੱਲਸ, ਜਿਹਨੂੰ ਆਪਾਂ ਸੈਕੰਡਰੀ ਸਟੈਮ ਸੈੱਲ ਵੀ ਕਹਿ ਦਿੰਦੇ ਹਾਂ। ਫਿਰ ਇਹ ਗਰੋਥ ਫੈਕਟਰਸ ਦੀ, ਡਿਫਰੈਂਟ ਗਰੋਥ ਫੈਕਟਰ ਦੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਇਹ ਡਿਫਰੈਂਸ਼ੀਏਟ ਹੋ ਜਾਂਦੇ ਆ ਫਰਦਰ ਸੈੱਲਸ ਦੇ ਵਿੱਚ। ਲਿੰਫੋਇਡ ਸੀਰੀਜ਼ ਤੋਂ ਸਾਨੂੰ ਮਿਲਦੇ ਆ ਲਿੰਫੋਸਾਈਟਸ, ਅਤੇ ਬਾਕੀ ਸਾਰੇ ਸੈੱਲਸ ਮਾਈਲੋਇਡ ਸੀਰੀਜ਼ ਤੋਂ ਬਣਦੇ ਆ। ਉਹਦੇ ਵਿੱਚ ਇਰਥਰੋਸਾਈਟ, ਪਲੇਟਲੈਟਸ, ਮੋਨੋਸਾਈਟ, ਨਿਊਟ੍ਰੋਫਿਲ, ਈਓਜ਼ਿਨੋਫਿਲ ਅਤੇ ਬੇਸੋਫਿਲਸ ਜਿਹੜੇ ਸੈੱਲਸ ਹੈ, ਦੀਜ਼ ਆਰ ਡਰਾਈਵਡ ਫਰੋਮ ਦਾ ਮਾਈਲੋਇਡ ਸੀਰੀਜ਼। ਸੋ ਇਸ ਦੇ ਨਾਲ ਹੀ ਸਾਡਾ ਹੈਮੈਟੋਪੋਇਸਿਸ ਉਹ ਕਵਰ ਹੋ ਜਾਂਦਾ। ਸੋ ਨੈਕਸਟ ਅਸੀਂ ਹੈਮੈਟੋਪੋਇਸਿਸ ਦੀਆਂ ਡਿਫਰੈਂਟ ਬ੍ਰਾਂਚਿਸ ਆ, ਇਰਥਰੋਪੋਇਸਿਸ, ਲੀਕੋਪੋਇਸਿਸ ਅਤੇ ਥਰੋਮਬੋਪੋਇਸਿਸ, ਉਹਦੇ ਬਾਰੇ ਪੜ੍ਹਾਂਗੇ। ਸੋ ਵਰਡ ਬਣਿਆ ਹੋਇਆ ਹੈਮੈਟੋਪੋਇਸਿਸ, ਹੈਮੈਟੋ ਮੀਨਸ ਬਲੱਡ ਸੈੱਲਸ, poiesis means to synthesize, to make। so similarly a word ਜਿਹੜਾ ਇਸ ਵਰਡ ਦਾ ਸੁਫਿਕਸ ਹੈ
ਉਹ ਚੇਂਜ ਨਹੀਂ ਹੁੰਦਾ, ਸਿਰਫ ਪ੍ਰੀਫਿਕਸ ਚੇਂਜ ਹੋਏਗਾ। ਜਿੱਦਾਂ ਇਰੀਥਰੋਪੋਇਸਿਸ ਤੋਂ ਨਾਮ ਤੋਂ ਪਤਾ ਲੱਗ ਜਾਏਗਾ ਕਿ ਇਰੀਥਰੋ ਮੀਨਸ ਇਰੀਥਰੋਸਾਈਟਸ, ਰੈਡ ਬਲੱਡ ਸੈਲਸ, ਪੋਇਸਿਸ ਮੀਨਸ ਟੂ ਸਿੰਥਸਿਸ। ਸੋ ਉਹ ਵਾਲੀ ਪ੍ਰੋਸੀਜਰ ਜਿਹਦੇ ਨਾਲ ਰੈਡ ਬਲੱਡ ਸੈਲਸ ਬਣਦੇ ਆ। ਸਿਮਿਲਰਲੀ ਲਿਊਕੋਪੋਇਸਿਸ, ਲਿਊਕੋ ਮੀਨਸ ਵਾਈਟ ਸੈਲਸ, ਪੋਇਸਿਸ ਮੀਨਸ ਟੂ ਸਿੰਥਸਿਸ। ਸੋ ਉਹ ਵਾਲੀ ਪ੍ਰਕਿਰਿਆ ਜਿਹਦੇ ਨਾਲ ਵਾਈਟ ਬਲੱਡ ਸੈਲਸ ਬਣਨਗੇ। ਸਿਮਿਲਰਲੀ ਥਰੋਮਬੋਪੋਇਸਿਸ, ਜਿਹਦੇ ਨਾਲ ਪਲੇਟਲੈਟਸ ਬਣਨਗੇ। ਥਰੋਮਬੋ ਮੀਨਸ ਥਰੋਮਬੋਸਾਈਟ ਜਾਂ ਪਲੇਟਲੈਟਸ, ਪੋਇਸਿਸ ਮੀਨਸ ਟੂ synthesis. So thrombopoiesis. So in next coming lectures we will going to discuss erythropoiesis, thrombopoiesis and leukopoiesis. Thanks.